वाहिगुरु जी का खालसा वाहिगुरु जी की फतेह। जीवन की सहजता ते आत्मक सुख वास्ते अपनी मत अपनी सियाणप कम नहीं आती। जीवन की सहजता अते आत्मक सुख वास्ते अपनी मत अपनी सियाणप बैरियर है, रुकावट है। सहस सियाणपां लख होहे तां एक ना चले नाल। सचियार जीवन तो सहज बनता है ते सहज जीवन तो अंदरला सुख मिलता है। इस दे वास्ते अपनी मत का त्याग करना पैंदा है। त्यागे मन की मतड़ी बसारे दूजा भाओ जियो। इयों पावी हर दर सावड़ा नह लगे तत्ती वाओ जियो। अपनी मत जो पदार्थां दे प्यार विच मनुख नूं लाउंदी उसनूं छड्डना पैंदा है, त्यागना पैंदा है। पर है बड़ा एक कठिन। सतगुरु ने कहा भी है कि मन की मत तू छड्ड ते गुरु की मत तू ग्रहण कर। पर यह है बड़ा कठिन। जदों मनुख अपनी मत नूं हिम्मत करके छड्डदा है, गुरु की मत नूं ग्रहण करदा, इयों पावे हर दर सावड़ा। फिर परमात्मा के दर्शन अंतर आत्मे होंदे। परमात्मा के दर्शन की है? कदी आप जी ने ख्याल किया? रब्बी ज्ञान ही परमात्मा के दर्शन हैं। गुरु ग्रंथ साहिब जी का ज्ञान ही रब्बी दर्शन हैं। भगत रविदास महाराज जी परमात्मा अगे ये रब्बी ज्ञान की चौधड़ी भी करते हैं। सगल भवन के नायका एक छिन दर्श दिखाए जी। एक पल हे परमात्मा अपना ज्ञान बख्श ताकि मैनू जीवन की सोझी आ जाए। तो उसके ख्याल करना, एक छिन दर्श दिखाए जी। कि परमात्मा का कोई रूप रंग है, कोई आकार है जो एक छिन वास्ते दर्शन देवे। परमात्मा का तो कोई आकार नहीं है, निरंकार है, कोई रूप रंग नहीं उसका। फिर एक छिन। भगत रविदास महाराज जी कहते मैनू दर्शन दिओ। इसका अर्थ की है? एक छिन। आकाश ते बदल छाए होण ते अंधेरी रात होवे। बहुत ध्यान नाल सुनना। एक छिन दर्श दिखाए जी। बदल छाए हुए होण ते रात अंधेरी होवे ते अचनचेत बिजली लिशकदी है। किन्नी क देर? एक पल वास्ते, एक छिन वास्ते। जदों बिजली लिशकदी सारे पासे एक पल वास्ते चानना हो जाता है। किथे की है सब मनुख नूं दिखाई दे जाता है। एक पल जदों बिजली लिशकदी चानण हुंदा ते सब पता चल जाता है। बस भगत रविदास महाराज जी कहते हे परमात्मा सगल भवन के नायका एक छिन दर्श दिखाए। एक पल एक छिन अपना रब्बी ज्ञान मैनू दे
ਤਾਂ ਕਿ ਮੈਨੂੰ ਪਤਾ ਚੱਲ ਜਾਵੇ ਮੈਂ ਕਿੱਥੇ ਹਾਂ, ਜੀਵਨ ਦੇ ਅੰਦਰ ਕੀ ਹੋ ਰਿਹਾ ਹੈ, ਕੀ ਸਹੀ ਹੈ, ਕੀ ਗਲਤ ਹੈ। ਰੱਬੀ ਗਿਆਨ ਸਾਨੂੰ ਨਹੀਂ ਹੈ, ਰੱਬੀ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਕਿਉਂਕਿ ਇਹ ਬਾਣੀ ਹੀ ਤੇ ਪ੍ਰਮਾਤਮਾ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਈ। ਸਾਨੂੰ ਇਹ ਗਿਆਨ ਨਹੀਂ, ਇਸ ਕਰਕੇ ਕਿ ਜੀਵਨ ਦੇ ਅੰਦਰ ਅਸੀਂ ਸਹੀ ਕਰ ਰਹੇ ਕਿ ਨਹੀਂ ਸਹੀ ਕਰ ਰਹੇ ਸਾਨੂੰ ਨਹੀਂ ਪਤਾ। ਉਦੋਂ ਪਤਾ ਚੱਲਦਾ ਹੈ ਜਦੋਂ ਆਪਣੀ ਮਤ ਮਨੁੱਖ ਤਿਆਗਦਾ ਹੈ। ਤਿਆਗੇ ਮਨ ਕੀ ਮਤੜੀ ਬਸਾਰੇ ਦੂਜਾ ਭਾਉ ਜੀਓ, ਇਉਂ ਪਾਵੇ ਹਰ ਦਰ ਸਾਵੜਾ ਨਹਿ ਲੱਗੇ ਤੱਤੀ ਵਾਉ ਜੀਓ। ਫਿਰ ਵਕਾਰਾਂ ਦੀ ਤੱਤੀ ਵਾਹ ਵੀ ਮਨੁੱਖ ਨੂੰ ਨਹੀਂ ਲੱਗਦੀ। ਧਿਆਨ ਨਾਲ ਸੁਣਿਓ, ਜਦੋਂ ਵਕਾਰਾਂ ਦੀ ਤੱਤੀ ਵਾਹ ਨਾ ਜੀਵਨ ਦੇ ਅੰਦਰ ਲੱਗੇ, ਸਮਝਣਾ ਮਨੁੱਖ ਨੂੰ ਆਤਮਿਕ ਸੁੱਖ ਮਿਲ ਗਿਆ ਹੈ। ਮਨੁੱਖ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ। ਵਕਾਰਾਂ ਦੀ ਤੱਤੀ ਵਾਹ ਨਾ ਲੱਗਣੀ ਹੀ ਆਤਮਿਕ ਸੁੱਖ ਹੈ। ਚਾਨਣਾ ਹੋ ਜਾਵੇ ਤੇ ਅੰਧੇਰਾ ਆਪਣੇ ਆਪ ਖਤਮ ਹੋ ਜਾਂਦਾ ਹੈ। ਪ੍ਰਭਾਤ ਹੋ ਜਾਵੇ ਤੇ ਰਾਤ ਖਤਮ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਗਰਮੀ ਆ ਜਾਵੇ ਤੇ ਸਰਦੀ ਆਪਣੇ ਆਪ ਚਾਲੇ ਪਾ ਲੈਂਦੀ ਹੈ। ਵਕਾਰਾਂ ਦੀ ਤੱਤੀ ਵਾਹ ਜੀਵਨ ਦੇ ਅੰਦਰ ਨਾ ਲੱਗੇ ਤਾਂ ਆਤਮਿਕ ਆਨੰਦ ਜੀਵਨ ਦੇ ਅੰਦਰ ਆ ਹੀ ਜਾਂਦਾ। ਇਹ ਨਾਮ ਰਾਦ ਵਕਾਰਾਂ ਦੀ ਤੱਤੀ ਵਾਈ ਮਨੁੱਖ ਨੂੰ ਆਤਮਿਕ ਆਨੰਦ ਮਾਨਣੇ ਨਹੀਂ ਦਿੰਦੀ, ਨਹੀਂ ਮਾਨਣ ਦਿੰਦੀ। ਇਸ ਕਰਕੇ ਸਾਹਿਬਾਂ ਨੇ ਕਿਹਾ, ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾਰ। ਗੁਰ ਕੀ ਕਰਨੀ ਭਉ ਕੱਟੀਏ ਨਾਨਕ ਪਾਵੇ ਪਾਰ। ਗੁਰ ਕਾ ਕਹਿਆ, ਜੋ ਵੀ ਗੁਰੂ ਸਿੱਖਿਆ ਦਿੰਦੇ, ਗੁਰਬਾਣੀ ਅੰਦਰ ਉਪਦੇਸ਼ ਦਿੰਦੇ ਹੈ, ਜੋ ਮਨੁੱਖ ਉਸ ਉਪਦੇਸ਼ ਨੂੰ, ਗੁਰੂ ਦੇ ਕਹੇ ਨੂੰ, ਗੁਰੂ ਦੀ ਡੂਇੰਗ ਨੂੰ ਮੰਨ ਲਵੇ, ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾ। ਸ੍ਰੇਸ਼ਟ ਅੰਦਰਲਾ ਸੁਖ ਮਿਲਦਾ ਹੈ। ਅੰਦਰਲਾ ਇੱਕ ਸੁਖ ਹੈ ਬਾਹਰਲਾ, ਇੱਕ ਅੰਦਰ ਹੈ। ਇੱਕ ਸੁਖ ਹੈ ਅੰਦਰਲਾ। ਬਾਹਰਲਾ ਸੁਖ ਪਦਾਰਥਾਂ ਦੇ ਨਾਲ, ਧਨ ਦੌਲਤ ਦੇ ਨਾਲ ਮਿਲ ਜਾਂਦਾ ਹੈ। ਧਨ ਦੌਲਤ ਨਾ ਰਹੇ ਤੇ ਬਾਹਰਲਾ ਸੁਖ ਵੀ ਖਤਮ ਹੋ ਜਾਂਦਾ ਹੈ। ਪਰ ਅੰਦਰਲਾ ਸੁਖ ਗੁਰੂ ਦੇ ਕਹੇ ਤੇ ਮੰਨਣ ਤੇ ਇੱਕ ਵਾਰੀ ਜੀਵਨ ਦੇ ਅੰਦਰ ਬਣ ਜਾਵੇ, ਫਿਰ ਅੰਦਰਲਾ ਸੁਖ ਕਦੀ ਵੀ ਟੁੱਟਦਾ ਨਹੀਂ। ਭਾਵੇਂ ਕੋਈ ਸਿਰ ਉੱਤੇ ਆਰਾ ਰੱਖਦਾ ਦੇਵੇ, ਚਾਹੇ ਖੋਪਰ ਸਿਰ ਤੋਂ ਉਤਾਰ ਦੇਵੇ। ਗੁਰੂ ਦੇ ਕਹੇ ਨੂੰ ਕਮਾਉਣ ਦੇ ਨਾਲ ਇੱਕ ਵਾਰੀ ਸੁਖੀ ਹੂੰ ਸੁਖ ਸਾਰ ਅੰਦਰਲਾ ਸੁਖ ਬਣ ਜਾਵੇ। ਭਾਵੇਂ ਕੋਈ ਬੰਦ ਕੱਟ ਦੇਵੇ, ਚਾਹੇ ਚਰਖੜੀਆਂ ਤੇ ਚਾੜ ਦੇਵੇ, ਅੰਦਰਲਾ ਸੁਖ ਕਦੀ ਟੁੱਟਦਾ ਨਹੀਂ। ਪਰ ਸੁਖ ਬਣੇ ਕਿਵੇਂ? ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾਰ। ਗੁਰ ਕੀ ਕਰਨੀ ਭਉ ਕੱਟੀਏ। ਕਰਨੀ ਡੂਇੰਗ, ਜੋ ਗੁਰੂ ਸਾਨੂੰ ਆਖਦਾ ਹੈ, ਗੁਰ ਕੀ ਕਰਨੀ ਭਉ ਕੱਟੀਏ। ਫਿਰ ਸਾਰਾ ਡਰ ਜਿਹੜਾ ਹੈ ਨਾ, ਉਹ ਮਨੁੱਖ ਦਾ ਕੱਟਿਆ ਜਾਂਦਾ, ਡਰ ਖਤਮ ਹੋ ਜਾਂਦਾ। ਮਨੁੱਖ ਡਰ ਕਰਕੇ ਹੀ ਤੇ ਪਾਠ ਕਰਦਾ ਹੈ, ਡਰ ਕਰਕੇ ਹੀ ਤੇ ਗੁਰਦੁਆਰੇ ਆਉਂਦਾ ਹੈ,
डर करके ही ते कर्म धर्म करता है। डर करके ही मड़ियां मसाणा ते चले जांदा है। देवी देवतियां अवतारां नूं पूजदा, अंदर डर है मनुख दे। ये अंदरला डर तां खत्म हुंदा है जे गुरु दे कहे नूं असीं कमा लईए। असीं पढ़दे हां, निर्भौ जपै सगल भौ मिटे, प्रभ किरपा ते प्राणी छुटे। की निरभौ हो गए असी ते थां थां ते पल पल जीवन दे अंदर बड़ा डरते हाँ, हर वक्त डरते हाँ। मैनू कदे नहीं भुलदा, देखो अंदर डर कैसा बनता है। अंमृतधारी मेरा मित्र सज्जन सी, दुकानदार सी वो। मैं उसनूं कहा भई अज रात नूं 8 वजे कथा होनी है, तू कथा सुनने वास्ते आ। मैनू कहन लगा ज्ञानी जी 8 वजे दुकान बधा के मैं आवांगा कथा सुन। मैं क्या दुकान बधा के अगे नूं बधा देनी दुकान, अगे तो सड़क आ रोड आ, कित्थे नूं बधावेंगा? कहंदा नहीं 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 ज्ञानी जी दुकान बधा के आवांगा। मैं क्या साइडां नूं बधाऊंगा, उत्ते दुकानां आसे पासे। ते दूसरा गाहक कहंदा ज्ञानी जी इहदे कहण दा मतलब है मैं दुकान बंद करके आवांगा। मैं क्या अंदर इसदे डर बैठा, जे मैं ये गल कह दी भी दुकान बंद करके आवांगा, किधरे सच्ची दुकान ना मेरी बंद हो जाए। इस करके कहते दुकान बधा के अंदर डर बैठा है ना, भी जे मैं ये गल कहती दुकान बंद करके किते दुकान ही ना बंद हो जाए। कैसा कैसा डर मनुख दे अंदर बैठा है। नाले पढ़ी भी जाते हाँ, उठत सुखिया बैठत सुखिया भौ नहीं लागै, या ऐसा ही बूझिया। सतगुरु कहते जदों गुरु दा कहिया कमावांगे तां भौ कट्टिए, तां अंदरों डर खत्म होना है। फिर पाठ डर करके नहीं पढ़ांगे, पाठ असी जीवन की अगवाई वास्ते पढ़ांगे। असी नितनेम करना, गुरबाणी का पाठ पढ़ना है किस वास्ते? जीवन की अगवाई वास्ते, एडवाइस वास्ते, जीवन की सानू जांच आ जावे। गुर की करनी भौ कट्टिए, नानक पावे पार। हर डर तो हर दुख तो मनुख पार लंघ जाता है। जो वकारा तो दुख उत्पन्न होंदे हैं। फिर दोहरा देवां, जीवन की सहज ते आत्मक आनंद वास्ते अपनी मत कम नहीं आउंदी, छड्डनी पैंदी है। गुर की मत तू लेह आने, भगत बिना बहु डूबे सियाने। हर की भगत करो मन मीत, निर्मल होए तुम्हारो हित। गुर की मत तू लेह आने। ऐ आना मनुख जे अंदरला आनंद मानना चाहता है, जे सहज चाहता है, तो फिर तैनू गुरु की मत लैनी पऊगी ते अपनी मत तैनू छड्डनी पऊगी। भगत बिना बहुत डूबे सियाने। जेकर गुरु की मत तो बगैर कोई भगती करता है, सो कॉल्ड भगती करता है गुरु की मत तो बगैर, वो जीवन के अंदर कभी संसार सागर नूं तरदा नहीं, डुब जाता है।
ਡੁੱਬਣਾ ਕੀ ਹੈ? ਵਿਕਾਰਾਂ ਦੇ ਵਿੱਚ ਗਲਤਾਨ ਹੋ ਜਾਣਾ। ਤਰਨਾ ਕੀ ਹੈ? ਸੰਸਾਰ ਨੂੰ ਇਹ ਵਿਕਾਰਾਂ ਤੋਂ ਬਚ ਜਾਣਾ, ਬੁਰਾਈਆਂ ਤੋਂ ਬਚ ਜਾਣਾ। ਭਗਤ ਬਿਨਾਂ ਉਹ ਡੁੱਬੇ ਸਿਆਣੇ ਜੇ ਭਗਤੀ ਕਰਦੇ ਹੈ ਪਰ ਗੁਰੂ ਦੀ ਮਤ ਨਹੀਂ, ਆਪਣੀ ਮਤ ਹੈ ਤੇ ਉਹ ਡੁੱਬਦੇ ਹਨ ਤੇ ਡੁੱਬੇ ਵੀ ਹਨ। ਕਿੰਨੇ ਡੁੱਬੇ ਨੇ? ਭਗਤੀ ਉਹਨਾਂ ਨੇ ਸੋ ਕਾਲਡ ਕੀਤੀ ਪਰ ਜੀਵਨ ਦੇ ਅੰਦਰ ਕੁਝ ਪ੍ਰਾਪਤ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਲੰਬੀ ਚੌੜੀ ਉਹਨਾਂ ਦੀ ਲਿਸਟ ਵੀ ਦੱਸੀ ਹੈ, ਬੜੀ ਲੰਬੀ ਚੌੜੀ, ਕੇਵਲ ਮੈਂ ਪੜ੍ਹ ਕੇ ਸੁਣਾ ਦੇਣੀ ਹੈ। ਜਿਨ੍ਹਾਂ ਨੇ ਆਪਣੇ ਆਪ ਨੂੰ ਸਿਆਣੇ ਸਮਝਿਆ, ਆਪਣੇ ਅਨੁਸਾਰ ਭਗਤੀ ਕੀਤੀ ਪਰ ਡੁੱਬੇ ਹਨ, ਤਰੇ ਨਹੀਂ ਹਨ। ਲੰਬੀ ਚੌੜੀ ਉਹ ਲਿਸਟ ਹੈ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਘਰ ਆਇਆ। ਅਜੇ ਸੋ ਰੋਵੇ ਭਿਖਿਆ ਖਾਏ, ਐਸੀ ਦਰਗਹ ਮਿਲੇ ਸਜਾਏ। ਰੋਵੇ ਰਾਮ ਨਕਾਲਾ ਭਇਆ, ਸੀਤਾ ਲक्ष्मण ਵਿਛੜ ਗਿਆ। ਰੋਵੇ ਦੈਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਦੌਰੂ ਵਾਏ। ਰੋਵੇ ਪਾਂਡਵ ਭੈ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਰੋਵੇ ਜਨਮੇਜਾ ਖੋਈ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਰੋਵੇ ਸ਼ੇਖ ਮਸ਼ਾਇਕ ਪੀਰ, ਅੰਤ ਕਾਲ ਮਤ ਲਾਗੇ ਭੀੜ। ਰੋਵੇ ਰਾਜੇ ਕੰਨ ਪੜਾਏ, ਕਰ ਕਰ ਮੰਗੇ ਭਿਖਿਆ ਜਾਏ। ਰੋਵੇ ਕਿਰਪਨ ਸੰਚੇ ਧਨ ਜਾਏ, ਪੰਡਤ ਰੋਵੇ ਗਿਆਨ ਗਵਾਏ। ਬਾਲੀ ਰੋਵੇ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਇਹ ਜਿੰਨਿਆਂ ਦੇ ਮੈਂ ਨਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਰਾਹੀਂ ਕਹੇ ਨੇ ਨਾ, ਇਹਨਾਂ ਨੇ ਸੋ ਕਾਲਡ ਭਗਤੀ ਕੀਤੀ ਆਪਣੀ ਮਤ ਨਾਲ, ਗੁਰੂ ਦੀ ਮਤ ਨਾਲ ਨਹੀਂ, ਇਸ ਕਰਕੇ ਡੁੱਬ ਗਏ ਹਨ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਤੂੰ ਗੁਰੂ ਦੀ ਮਤ ਲੈ, ਗੁਰ ਕੀ ਮਤ ਤੂੰ ਲੇਹ ਆਨੇ। ਭਗਤ ਬਿਨਾ ਬੋ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ। ਇਹ ਬਾਤ ਧਿਆਨ ਨਾਲ ਸੁਣਨੀ। ਇਹ ਮਿੱਤਰ, ਤੂੰ ਪ੍ਰਮਾਤਮਾ ਦੀ ਭਗਤੀ ਕਰ, ਬੰਦਗੀ ਕਰ, ਭਗਤੀ ਕਰ। ਜੇ ਸੁਖ ਲੈਣਾ ਹੈ ਤੇ ਭਗਤੀ ਕਰ। ਕੀ ਅਸੀਂ ਚੌਂਕੜਾ ਮਾਰ ਕੇ, ਅੱਖਾਂ ਮੀਟ ਕੇ ਸਵਾਸ ਚੜਾ ਲਈਏ, ਫਿਰ ਰੋਕ ਲਈਏ, ਫਿਰ ਚਲਾ ਲਈਏ, ਲਗਾਤਾਰ ਬਾਜੇ ਦੀਆਂ ਸੁਰਾਂ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ? ਕਿ ਗੁਰਮਤ ਦੇ ਅੰਦਰ ਇਹ ਭਗਤੀ ਹੈ? ਕੀ ਅਸੀਂ ਘਰ-ਬਾਰ ਛੱਡ ਕੇ ਪਰਬਤਾਂ ਜੰਗਲਾਂ ਦੇ ਵਿੱਚ ਜਾ ਕੇ ਸਮਾਧੀ ਲਾ ਲਈਏ? ਕਿ ਉਹ ਭਗਤੀ ਹੈ? ਨਹੀਂ। ਗੁਰਮਤ ਦੇ ਅੰਦਰ ਭਗਤੀ ਦੇ ਅਰਥ ਕੀ ਹਨ? ਲਿਖ ਲੈਣਾ। 3 ਅੱਖਰ ਹਨ ਭਗਤੀ ਦੇ, ਭੱਬਾ ਗੱਗਾ ਤੱਤੇ ਨੂੰ ਸਿਹਾਰੀ ਭਗਤ। ਭੱਬੇ ਤੋਂ ਭਾਵ ਹੈ ਭਾਵ, ਪਿਆਰ, ਖਲਕਤ ਦੇ ਨਾਲ ਪਿਆਰ ਕਰਨਾ। ਇਹ ਪਹਿਲੀ ਹੈ ਭਾਵ, ਪਿਆਰ। ਖਲਕਤ, ਜਿਸ ਦੇ ਅੰਦਰ ਖਾਲਕ ਹੈ, ਖਾਲਕ ਦੇ ਅੰਦਰ ਖਲਕਤ ਹੈ। ਉਹ ਖਲਕਤ ਦੇ ਨਾਲ, ਮਨੁੱਖ ਦੇ ਨਾਲ, ਸਮਾਜ ਦੇ ਨਾਲ ਪਿਆਰ ਕਰਨਾ, ਇਹ ਪਹਿਲਾ ਹੈ ਭਾਵ। ਇੰਨਾ ਨਹੀਂ ਵੀ ਅਸੀਂ ਕਹੀਏ ਪ੍ਰਮਾਤਮਾ ਨਾਲ ਅਸੀਂ ਪਿਆਰ ਕਰਦੇ ਪਰ ਮਨੁੱਖ ਦੇ ਨਾਲ ਅਸੀਂ ਨਫ਼ਰਤ ਕਰੀਏ। ਪਰਮਾਤਮਾ ਤੇ ਮਨੁੱਖ ਦੇ ਵਿੱਚ ਵਸਦਾ ਹੈ, ਕੋਈ ਅਲੱਗ ਤੇ ਨਹੀਂ ਬੈਠਾ।
कोई आकाश ते कोई स्वर्ग ते परमात्मा नहीं, उत्ते परमात्मा मनुख दे अंदर वसदा है। लोगा भरम न भूलो भाई, खालक खलक खलक मैं खालक पूर रहियो सरब ठाई। मनुख परमात्मा दे विच है, परमात्मा मनुख दे अंदर व्यापक है। सागर बूंदा विच है, बूंदा सागर दे विच है। सागर मैं बूंद, बूंद मैं सागर, कवन बूझे विद जाने। हर में तन है, तन में हर है। परमात्मा मनुख दे अंदर ते मनुख अंदर परमात्मा है। इस करके भब्बा भाव प्रेम, खलकत दे नाल प्यार करना ही रब दे नाल प्यार करना है। एक बच्चा छोटा जिहा सी, थोड़ा समझना ध्यान नाल, परमात्मा नूं प्यार की है। गर्मियां दे दिन सी, जून जुलाई दे महीने, ते छोटा बच्चा गरीब सी, फुल बेच रहा सी ते पैर नंगे सी उसदे, सड़ रहे सी पैर उसदे। एक भले मनुख ने देखिया कि बच्चा फुल बेचदा, पैर नंगे है, सड़ रहे पैर। उसदे अंदर तरस आ ते दौड़ के जाके बच्चे वास्ते बूट ले आया ते बच्चे नूं आके कहा, पुत्रा ऐ ले बूट पा लै। बच्चे ने बूट पा लै। बूट पा के बड़ा खुश होया ते हथ फड़ के कहन लगा उसनूं, तुसी रब हो। उसने कन्ना नूं हथ लाया, कहंदा ना ना मैं रब नहीं। ऐसा क्यों कहंदा तू? फिर वो बच्चा कहन लगा, तुसी रब दे दोस्त हो। वो आदमी कहन लगा, नहीं नहीं नहीं। बच्चा कहंदा कहंदा, कल मैं अरदास कीती सी, हे परमात्मा मेरे पैर सड़ रहे है, मैनू बूट लै दे। मैं क्या शायद तुसी परमात्मा या परमात्मा दे दोस्त ही हो, मैनू बूट लै देते। मनुख दे नाल प्यार करना ही परमात्मा दे नाल प्यार करना है। क्योंकि परमात्मा मनुख दे अंदर है। भगती की मैं ये बेनती कर रहा, पहला अखर है भब्बा भाव, फरीदा खालक खलक मैं, खलक बसे रब माहे। मंदा किसनों आखिए या किस बिन कोई ना है। भब्बा भाव पहला खलकत दे नाल प्यार होवे। दूसरा अखर की है जी? गग्गा। गग्गा तो मुराद है शब्द गुरु दा ज्ञान जीवन दे अंदर होवे। ज्ञान अंजन जांकी नेत्री पढ़िया ताको सर्ब परगासा। अज्ञान अंधेरे सूझस नाही, बहुड़ बहुड़ परमाता। ज्ञान अंजन जांकी नेत्री पढ़िया। जदों शब्द गुरु दा ज्ञान मनुख नूं हो जावे ताको सर्ब परगासा। फिर उसनूं चानण हो जाता सारा पासा। उसनूं पता चल जाता कि सही है कि गलत है। ताको सर्ब परगासा। ज्ञान ध्यान नाल सुनना, ज्ञान चानणे दा प्रतीक है। अज्ञानता इग्नोरेंस ये अंधेरे दा प्रतीक है। अज्ञानता दे विच भी मनुख नूं सही गलत दा नहीं पता लगदा ते अंधेरे विच भी मनुख नूं सही ते गलत दा नहीं पता चलदा। भुलेखा खा असीं भुलेखे करके ही ते एक कर्म कांड करदे हां सारे। भुलेखे करके ते असीं वहमां भरमां दे विच पए होए हां। क्योंकि अज्ञानता दा अंधेरा है साडे जीवन दे अंदर।
ਜਦੋਂ ਚਾਨਣਾ ਹੋ ਜਾਵੇ, ਅੰਧੇਰਾ ਖਤਮ ਹੋ ਜਾਵੇ, ਫਿਰ ਭੁਲੇਖਾ ਨਹੀਂ ਪੈਂਦਾ। ਭਗਤ ਰਵਿਦਾਸ ਮਹਾਰਾਜ ਜੀ ਇੱਕ ਛੋਟੀ ਜਿਹੀ ਕਥਾ ਲਿਖਦੇ ਗੁਰੂ ਗ੍ਰੰਥ ਸਾਹਿਬ ਅੰਦਰ। ਕਹਿੰਦੇ ਤੜਕਾ ਹੋਇਆ, ਸਵੇਰਾ ਤੜਕਾ ਹੋਇਆ, ਹਾਲੇ ਥੋੜਾ ਅੰਧੇਰਾ ਸੀ ਤੇ ਗਲੀ ਦੇ ਵਿੱਚ ਰੌਲਾ ਪੈ ਗਿਆ, ਸੱਪ ਆਇਆ, ਸੱਪ ਆਇਆ। ਲੋਕੀ ਡੰਡੇ ਸੋਟੇ ਲੈ ਆਏ, ਖੜਕਾਈ ਜਾਣ ਲੱਗ ਜਾਵੇ, ਕੋਈ ਨਾ ਡਰਦਾ, ਸੱਪ ਸੱਪ। ਸਾਰੀ ਗਲੀ ਦੇ ਲੋਕ ਆ ਗਏ, ਲਾਗੇ ਕੋਈ ਜਾਵੇ ਨਾ। ਅੰਧੇਰਾ ਹੌਲੀ ਹੌਲੀ ਛੱਟਦਾ ਗਿਆ ਤੇ ਚਾਨਣਾ ਹੁੰਦਾ ਗਿਆ। ਜਦੋਂ ਚਾਨਣਾ ਹੋ ਗਿਆ, ਪਤਾ ਚੱਲਿਆ ਸੱਪ ਨਹੀਂ ਇਹ ਤੇ ਰੱਸੀ ਸੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਏ। ਰਾਜ ਦਾ ਭਾਵ ਰੱਜੂ, ਰੱਸੀ, ਭੁਯੰਗ ਦਾ ਭਾਵ ਸੱਪ। ਅੰਧੇਰੇ ਵਿੱਚ ਉਹ ਰੱਸੀ ਸੱਪ ਦਾ ਭੁਲੇਖਾ ਦਿੰਦੀ ਸੀ ਤੇ ਡਰਦਾ ਸੀ ਮਨੁੱਖ। ਅਗਿਆਨਤਾ ਦੇ ਵਿੱਚ ਵੀ ਮਨੁੱਖ ਡਰਦਾ ਹੈ। ਵਹਿਮ ਭਰਮ, ਕੁਛ ਸੱਚ ਤੇ ਰਿਐਲਿਟੀ ਦਾ ਪਤਾ ਹੀ ਨਹੀਂ ਚੱਲਦਾ ਮਨੁੱਖ ਨੂੰ। ਇਸ ਕਰਕੇ ਗੱਗਾ ਗਿਆਨ ਸ਼ਬਦ ਗੁਰੂ ਦਾ, ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ। ਸਾਰਾ ਕੁਝ ਮਨੁੱਖ ਨੂੰ ਪਤਾ ਚੱਲ ਜਾਂਦਾ, ਕੀ ਸਹੀ ਕੀ ਗਲਤ, ਜਦੋਂ ਸ਼ਬਦ ਦਾ ਗਿਆਨ ਜੀਵਨ ਦੇ ਅੰਦਰ ਆ ਜਾਵੇ। ਅਗਿਆਨ ਅੰਧੇਰੇ ਸੂਝਸ ਨਾਹੀ, ਬਹੁੜ ਬਹੁੜ ਪਰਮਾਤਾ। ਅਗਿਆਨਤਾ ਦੇ ਵਿੱਚ ਭਟਕਣਾ ਹੈ, ਗਿਆਨ ਦੇ ਵਿੱਚ ਸਹਿਜ ਹੈ। ਤੀਸਰਾ ਭਗਤ ਦਾ ਕੀ ਅੱਖਰ ਹੈ ਜੀ? ਤੱਤਾ। ਤੱਤਾ ਤੋਂ ਮੁਰਾਦ ਹੈ ਤਿਆਗ। ਤਿਆਗ ਕਿਸ ਦਾ ਕਰਨਾ ਹੈ? ਪਰਿਵਾਰ ਦਾ? ਨਾ। ਮਾਇਆ ਦਾ ਤਿਆਗ ਕਰਨਾ ਹੈ? ਨਹੀਂ। ਮਾਇਆ ਤੇ ਅਸੀਂ ਛੱਡ ਦਿੰਦੇ ਹਾਂ, ਸਭ ਕੁਝ ਛੱਡਣ ਵਾਸਤੇ ਤਿਆਰ ਹਾਂ, ਪਰ ਜੋ ਛੱਡਣਾ ਹੈ ਉਹ ਅਸੀਂ ਛੱਡਦੇ ਨਹੀਂ। ਉਹ ਹੈ ਹੰਕਾਰ, ਉਹ ਹੈ ਵਕਾਰ। ਕਬੀਰ ਸਾਹਿਬ ਮਹਾਰਾਜ ਜੀ ਨੇ ਇੱਕ ਥਾਂ ਤੇ ਕਿਹਾ ਵੀ ਹੈ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੁੱਖ। ਅਸੀਂ ਸੋਨੇ ਦੇ ਪੱਖੇ ਚੜਾ ਸਕਦੇ ਹਾਂ, ਸੋਨੇ ਦੇ ਲਿੰਪ ਚੜਾ ਸਕਦੇ, ਕਰੋੜਾਂ ਦੀ ਕਲਗੀ ਚੜਾ ਸਕਦੇ ਹਾਂ, ਪਰ ਹੰਕਾਰ ਅਸੀਂ ਨਹੀਂ ਤਿਆਗਦੇ। ਇਹ ਬਾਤ ਬੜੀ ਕਠਿਨ ਹੈ, ਇਹ ਬਾਤ ਬੜੀ ਕਠਿਨ ਹੈ। ਜੋ ਛੱਡਣਾ ਉਹ ਅਸੀਂ ਮਾਇਆ ਨਹੀਂ ਛੱਡਣੀ, ਮਾਇਆ ਦਾ ਹੰਕਾਰ ਛੱਡਣਾ ਹੈ। ਪਰਿਵਾਰ ਨਹੀਂ ਛੱਡਣਾ, ਪਰਿਵਾਰ ਦਾ ਮੋਹ ਛੱਡਣਾ ਹੈ। ਸੰਸਾਰ ਨਹੀਂ ਛੱਡਣਾ, ਸੰਸਾਰ ਦੇ ਦੁਰਾਚਾਰ ਛੱਡਣੇ। ਤੱਤਾ ਤਿਆਗ। ਇਹ ਬੁਰਾਈਆਂ, ਔਗਣਾ, ਨਸ਼ਿਆਂ ਦਾ, ਇਹ ਹੰਕਾਰ ਦਾ ਤਿਆਗ ਕਰਨਾ। ਤਿਆਗਨਾ, ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ, ਇਹ ਤਿਆਗਣਾ ਹੈ। ਹੁਣ ਭਗਤੀ ਕਿਵੇਂ ਕਰਨੀ? ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਹਾਰੋ ਚੀਤ। ਭੱਬਾ ਭਾਵ ਖਲਕਤ ਦੇ ਨਾਲ ਪਿਆਰ, ਗੱਗਾ ਗਿਆਨ ਸ਼ਬਦ ਗੁਰੂ ਦਾ ਗਿਆਨ ਜੀਵਨ ਦੇ ਅੰਦਰ, ਤੇ ਜੀਵਨ ਉਸ ਰਸਤੇ ਤੇ ਗਿਆਨ ਦੇ ਤੇ ਤੋਰ ਲੈਣਾ। ਤੱਤਾ ਤਿਆਗ, ਵਕਾਰਾਂ ਦਾ ਤਿਆਗ ਕਰ ਦੇਣਾ। ਇਹ ਹੈ ਗੁਰਮਤਿ ਦੇ ਅੰਦਰ ਭਗਤੀ। ਤੋ ਸਤਿਗੁਰੂ ਨੇ ਮਨੁੱਖ ਨੂੰ ਬਾਰ-ਬਾਰ ਕਿਹਾ ਹੈ, ਗੁਰੂ ਦੀ ਮੱਤ ਲੈ, ਗੁਰੂ ਦੇ ਰਸਤੇ ਚੱਲ, ਫਿਰ ਜੀਵਨ ਤੇ ਤੇਰੇ ਤਬਦੀਲੀ ਆ ਜਾਵੇਗੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੀਵਨ ਦੇ ਅੰਦਰ ਪਰਮਾਤਮਾ ਤੇ ਗੁਰੂ ਦੇ ਬਚਨਾਂ ਦੇ ਨਾਲ ਨਿਆਰਾਪਨ ਆ ਜਾਂਦਾ ਹੈ।
ਵਕਾਰਾਂ ਤੋਂ ਮਨੁੱਖ ਨਿਆਰਾ ਹੋ ਜਾਂਦਾ, ਵੱਖਰਾ ਹੋ ਜਾਂਦਾ ਹੈ, ਨਿਆਰਾਪਨ। ਇਸ ਕਰਕੇ ਕਿਹਾ ਹੈ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ, ਜੋ ਗੁਰੂ ਕਹਿੰਦਾ ਹੈ ਬਾਣੀ। ਗੁਰੂ ਕਹਿੰਦਾ ਸ਼ਰਾਬ ਛੱਡ ਦਿਓ, ਨਸ਼ੇ ਛੱਡ ਦਿਓ, ਛੱਡ ਦੇਵੋ। ਗੁਰੂ ਆਖਦਾ ਨਿੰਦਿਆ ਚੁਗਲੀ ਛੱਡ ਦੇਵੋ, ਛੱਡ ਦੇਵੋ। ਫਿਰ ਗੁਰੂ ਆਖਦਾ ਬੁਰਾਈਆਂ ਛੱਡ ਦੇਵੋ, ਛੱਡ ਦੇਵੋ। ਹੰਕਾਰ ਛੱਡ ਦੇਵੋ। ਜੋ ਗੁਰ ਕਹੇ ਸੋਈ ਭਲ ਮਾਨੋ। ਉਹ ਆਪਣੇ ਜੀਵਨ ਦਾ ਭਲਾ ਜਾਣੋ। ਹਰ ਹਰ ਕਥਾ ਨਰਾਲ, ਫਿਰ ਜੀਵਨ ਦੇ ਅੰਦਰ ਨਿਆਰਾਪਨ ਆ ਜਾਵੇਗਾ। ਜੀਵਨ ਦੁਰਾਚਾਰ ਤੋਂ ਸਦਾਚਾਰ ਬਣ ਜਾਵੇਗਾ। ਹਰ ਹਰ ਕਥਾ ਨਰਾਲੀ, ਜੀਵਨ ਦੇ ਅੰਦਰ ਤਬਦੀਲੀ ਆ ਜਾਂਦੀ। ਮੈਂ ਸੰਖੇਪ ਦੇ ਵਿੱਚ ਕਹਾਂ ਕਿਸ ਤਰ੍ਹਾਂ ਦੀ ਤਬਦੀਲੀ ਆਉਂਦੀ। ਕਬੀਰ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਮੈਂ ਬੜੇ ਸੰਖੇਪ ਦੇ ਵਿੱਚ ਉਸ ਸੰਕੇਤ ਦੇ ਤੌਰ ਤੇ ਕਹਾਂ। ਇੱਕ ਤੇ ਗੁਰੂ ਕੀ ਮੱਤ ਲੈਣ ਤੇ ਜੀਵਨ ਦੇ ਅੰਦਰ ਕੀ ਤਬਦੀਲੀ ਆਉਂਦੀ ਹੈ। ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਇੱਕ ਸ਼ਬਦ ਦੇ ਅੰਦਰ, ਪਹਿਲਾਂ ਮੈਂ ਸ਼ਬਦ ਸਰਵਣ ਕਰਵਾ ਦੇਵਾਂ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈਏ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ। ਭਲੀ ਸਰੀ ਮੂਈ ਮੇਰੀ ਪਹਿਲੀ ਬਾਰੀ, ਜੁਗ ਜੁਗ ਜੀਵੋ ਅਬ ਕੀ ਧਰੀ। ਕਹੋ ਕਬੀਰ ਜਬ ਲਾਹੌਰੀ आई, बट्टी का सुहाग टरियो। लाहौरी संग भई अब मेरे, जेठी और धरियो। हुण जे अखरी अर्थ करांगे ते वो जीवन दे अंदर सार्थक नहीं है। अखरी अर्थ जदों भावनात्मक अंतरीव अर्थ करांगे फिर जीवन दे अंदर वो सार्थक हुंदे। गुरबाणी दे एक अखरी अर्थ हुंदे जो जीवन दे वास्ते सार्थक नहीं हुंदे। एक गुरबाणी दे अंतरीव अर्थ हैं, वो जीवन दे अंदर सार्थक हुंदे हैं। सार्थक हुण जे अखरी अर्थ करिए तो इं टीकाकारां ने कीते भी जैसे कबीर साहब दे दो विआह होए होण। वो कहते हैं कबीर साहब दीयां पंक्तियां भी पढ़ लेंदे हैं। मेरी बोहरिया को धनिया नाव ले राखियो राम जनिया नाव। राम कुमार ने एक किताब लिखी है संत कबीर, ਉਹਦੇ ਵਿੱਚ अर्थ ਇਹ ਕੀਤੇ। कबीर साहब ਦੇ दो ਵਿਆਹ ਹੋਏ। ਪਹਿਲੀ ਦਾ ਨਾਮ ਸੀ ਮੇਰੀ ਬੋਹਰੀਆ ਕੋ। ਬੋਹਰੀਆ ਦਾ ਭਾਵ ਹੈ ਬੋਟੀ। ਮੇਰੀ ਬੋਟੀ ਦਾ ਨਾਮ ਮੇਰੀ ਬੋਹਰੀਆ ਕੋ ਧਨੀਆ ਨਾ, ਧਨੀਆ ਸੀ ਉਹਦਾ ਨਾਮ। ਲੈ ਰਾਖਿਓ ਰਾਮ ਜਨੀਆ ਨਾ, ਦੂਆ ਵਿਆਹ ਕਰਾ ਲਿਆ, ਉਹਦਾ ਨਾਮ ਅਸੀਂ कबीर साहब कहते राम जनिया रख लिया। दो ब्याह ਇਹ ਟੀਕਾਕਾਰ ਅਣਜਾਣ ਜਿਹੜੇ ਆ, ਜਿਹੜੇ ਅੱਖਰੀ ਅਰਥ ਕਰਦੇ ਆ, ਉਹ ਕਹਿੰਦੇ ਵੀ ਕਬੀਰ ਸਾਹਿਬ ਕਹਿੰਦੇ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ। ਵੀ ਜਿਹੜੀ ਪਹਿਲੀ ਸੀ ਨਾ ਮੇਰੀ, ਉਹ ਕਰੂਪ ਬੜੀ ਬਦ ਸ਼ਕਲ ਸੀ, ਕਾਲੀ ਕਲੂਟੀ ਸੀ ਤੇ ਨਖਰੇ ਬੜੇ ਸੀ ਉਹਦੇ। ਪਹਿਲੀ ਕਰੂਪ ਕੁਜਾਤ, कोई चंगी जात वाली नहीं सी, निंदत सी ਉਹ ਕੁਲੱਖਣੀ। ਉਹਦੇ ਜੀਵਨ ਦੇ ਲੱਛਣ ਵੀ ਚੰਗੇ ਨਹੀਂ ਸੀ। ਸਹੁਰੇ ਪਈਏ ਬੁਰੀ, ਹਰ ਥਾਂ ਤੇ ਬਦਨਾਮੀ ਕਰਵਾਉਂਦੀ ਸੀ, ਭਾਵੇਂ ਜਿੱਥੇ ਮਰਜੀ ਸੀ। ਸਹੁਰੇ ਪਈਏ ਬੁਰੀ, ਬਦਨਾਮੀ ਕਰਾਉਂਦੀ ਸੀ। ਪਰ ਅੱਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਤਰੀ। ਜੋ ਹੁਣ ਦੂਸਰਾ ਉਹ ਟੀਕਾਕਾਰ ਜਿਹੜੇ ਅੱਖਰੀ ਅਰਥ ਜਿਹੜੇ ਉਹ ਕਹਿੰਦੇ ਵੀ ਹੁਣ ਜਿਹੜੀ ਵਿਆਹੀ ਹੈ ਰਾਮ ਜਨੀਆਂ, ਉਹ ਬੜੀ ਸਰੂਪ, ਬੜੀ ਸੁੰਦਰ, ਗੋਰੇ ਰੰਗ ਵਾਲੀ,
पहली अब की स्वरूप सुजान चंगे गुणा वाली, सुलखणी चंगे लक्षणा वाली, सहजे उधर धरी मैं घर उन्होंने रख लिया, चाई चाई रख लिया। भली सरी मूई मेरी पहली बरी, चंगा होया जिहड़ी पहली मर गई। जुग जुग जीवो अब की धरी, जिहड़ा हुण नवां ब्याह कराया राम जनिया नाल, वो जुग जुग जीवे लंबी उम्र होवे। कहो कबीर जब लाहौरी, लाहौरी का भाव है छोटी, जब छोटी बहू आ गई ना, बड्डी का सुहाग टरियो, बड्डी के पासे हो गई। लाहौरी संग भई अब मेरे, छोटी मेरे नाल रहन लग पई, जेठी बड्डी और धरियो होर पासे चले। ये अखरी अर्थ हैं, ये सार्थक नहीं हैं। जो अंतरीव अर्थ हैं, कबीर साहब महाराज जी ने उसके अंदर कमाल की गल की है। कमाल दी कहते गुरु की मत तो पहला जो मेरी अपनी मत सी, मेरी बोहरिया को धनिया ना, वो माया धारी सी। धन वास्ते हर वेले पदार्थां वास्ते ए लै दिओ, ए लै दिओ, ए आ जावे कर। पर जदों अपनी मत छड़ दिती, ले राखियो राम जनिया ना, हुण जिहड़ी गुरु की मत हुई है वो राम जनिया, वो परमात्मा की सेवकण है, शरण रहन वाली। कबीर साहब महाराज जी कहते भली पहली करूप कुजात कुलखणी, जिहड़ी पहली मत सी मेरी ना, वो बड़ी नरदई सी। पहली करूप नरदई सी, वो जालम गिरती सी, वो कोई चंगे गुणे नहीं सी वो मत दे अंदर। पहली करूप कुजात कुलखणी, सोहरे पेइए बुरी, वो मत हर थां ते बुरियाई खटदी सी। अब की स्वरूप सुजान सुलखणी, हुण अपनी मत छड़ दिती, गुरु की मत ले लई। वो मत गुणा वाली है, वो चंगी मत है। कबीर साहब महाराज जी कहते गुर की मत तू लेह आने। कबीर साहब महाराज जी कहते भली सरी मूई मेरी पहली मत खत्म हो गई, चंगा हो गया। क्योंकि वो तो हर वेले बुराइयां बल जाती सी, औगणा भरी सी, वो बदनामी करवाती सी। जुग जुग जीवो अब की तरी, जो हुण गुरु की मत आई है वो हर थां ते शोभा खटदी है, इस करके जिंदी रहे हर वेले वो। कहो कबीर जब लाहौरी आई, जब छोटी है भाव, जदों ये मत निम्रता वाली हुई, छोटी हो गई ये मत, भाव हंबलनेस जीवन दे अंदर निम्रता आ गई। कहो कबीर जब लाहौरी आई, बड्डी का हंकार वाली बिरती वो जीवन दे विचों चली गई, क्योंकि हुण गुरु की मत ले ली है। हुण निम्रता बन गई गुरु की मत नाल, हुण हंकार वाली बिरती चली गई है। गुरु की मत तो पहला तो मनुख इउं ही करदा कहना मैं ये हाँ, मैं ये हाँ, अपने आप में जणवाउंदा है। हम बड कब कुलीन, हम पंडित, हम जोगी सन्यासी, ज्ञानी गुणी सूर हम दात, ये बुद्ध कदे कभी ना नास। पहला मनुख अपने आप में जणवाउंदा सी, मैं कवि हाँ, मैं बड़ी जात वाला हाँ, मैं ज्ञानी गुणी हाँ, मैं सूरमा हाँ, मैं खाड़कू हाँ। पर जदों गुरु की मत आ गई, फिर ये मैं छड़ दिती, फिर मनुख कहता है हम मैले तुम उजल करते, हम निर्गुण तुम दाता, हम मूर्ख तुम चतुर सियाणे, तू सर्व कला का माधो, हम ऐसे तू ऐसा, हम पापी तुम पाप खंडनी को ठाकुर देसा। एक बात ध्यान ना सुननी, जदों तक मनुख दे अंदर ये गल नहीं आउंदी भी असी मैली मत वाले हाँ ते परमात्मा गुरु उजल मत करन वाला है,
ਜਦੋਂ ਤੱਕ ਆਪਣੀ ਅਗਿਆਨਤਾ ਦਾ ਅਹਿਸਾਸ ਨਹੀਂ ਹੁੰਦਾ ਤੇ ਗੁਰੂ ਗਿਆਨ ਦਾਤਾ ਇਸ ਦਾ ਵਿਸ਼ਵਾਸ ਨਹੀਂ ਬਣਦਾ, ਉਦੋਂ ਤੱਕ ਮਨੁੱਖ ਧਰਮ ਦੇ ਰਸਤੇ ਤੇ ਕਦਮ ਨਹੀਂ ਰੱਖ ਸਕਦਾ। ਆਪਣੀ ਅਲਪਗਤਾ ਦਾ ਅਹਿਸਾਸ ਤੇ ਪਰਮਾਤਮਾ ਤੇ ਗੁਰੂ ਦੀ ਸਰਬਗਤਾ ਦਾ ਵਿਸ਼ਵਾਸ, ਇਹ ਮਨੁੱਖ ਨੂੰ ਧਰਮ ਦੇ ਰਸਤੇ ਤੇ ਤੋਰਦਾ ਹੈ। ਮਨੁੱਖ ਧਰਮ ਦੇ ਰਸਤੇ ਤੇ ਉਦੋਂ ਤੁਰਦਾ ਜਦੋਂ ਆਪਣੀ ਮਤ ਨੂੰ ਛੱਡਦਾ ਹੈ ਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ। ਫਿਰ ਮਨੁੱਖ ਆਤਮਿਕ ਸੁੱਖ ਦੇ ਵਿੱਚ, ਆਤਮਿਕ ਆਨੰਦ ਦੇ ਵਿੱਚ ਸੁਰਤ ਇਸ ਦੀ ਉਡਾਰੀਆਂ ਲਾਉਂਦੀ ਹੈ। ਕਹਿ ਕੇ ਮੈਂ ਸਮਾਪਤੀ ਕਰਾਂ, ਸਮਾਂ ਜ਼ਿਆਦਾ ਨਾ ਹੋਵੇ। ਭਾਈ ਗੁਰਦਾਸ ਜੀ ਨੇ ਬੜੀਆਂ ਯੂਨੀਕ ਬੇਜੋੜ ਉਦਾਹਰਣਾਂ ਦਿੱਤੀਆਂ, ਆਪਣੀ ਮਤ ਤੇ ਗੁਰੂ ਦੀ ਮਤ। ਭਾਈ ਸਾਹਿਬ ਕਹਿੰਦੇ, ਪਹਿਲੀ ਉਦਾਹਰਣ ਦਿੰਦੇ, ਕਹਿੰਦੇ ਹਵਾ ਚਲਦੀ ਹੋਵੇ ਨਾ, ਫਿਰ ਪਤੰਗ ਜਿਹੜੀ ਉਹ ਆਕਾਸ਼ ਤੇ ਉੱਡਦੀ ਹੈ। ਪਰ ਹਵਾ ਚਲਦੀ ਚਲਦੀ ਬੰਦ ਹੋ ਜਾਵੇ, ਫਿਰ ਉਹ ਗੁੱਡੀ ਜਿਹੜੀ ਆਕਾਸ਼ ਤੇ ਉੱਡਦੀ ਉਹ ਧਰਤੀ ਤੇ ਡਿੱਗ ਪੈਂਦੀ ਹੈ। ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹਨ? ਕਹਿੰਦੇ ਜਦੋਂ ਪਵਨ ਗੁਰੂ ਦੀ ਮੱਤ ਮਨੁੱਖ ਦੇ ਜੀਵਨ ਵਿੱਚ ਹੋਵੇ ਤੇ ਸੁਰਤ ਆਨੰਦ ਵਿੱਚ ਉੱਚੀਆਂ ਉਡਾਰੀਆਂ ਲਾਉਂਦੀ ਹੈ। ਜੇ ਗੁਰੂ ਦੀ ਮੱਤ ਹੋਵੇ ਫਿਰ ਸੁਰਤ ਆਨੰਦ ਵਿੱਚ ਉਡਾਰੀਆਂ ਲਾਉਂਦੀ। ਗੁਰੂ ਦੀ ਮੱਤ ਨਾ ਹੋਵੇ, ਛੱਡ ਦੇਵੇ ਗੁਰੂ ਦੀ ਮੱਤ, ਤੇ ਇਹ ਸੁਰਤ ਆਤਮਿਕ ਆਨੰਦ ਦੇ ਵਿੱਚ ਉਡਾਰੀ ਲਾ ਹੀ ਨਹੀਂ ਸਕਦੀ, ਵਕਾਰਾਂ ਦੇ ਵਿੱਚ ਡਿੱਗ ਜਾਂਦੀ ਹੈ, ਜਿਵੇਂ ਉਹ ਪਤੰਗ ਹਵਾ ਤੋਂ ਬਗੈਰ ਧਰਤੀ ਤੇ ਡਿੱਗ ਪੈਂਦੀ ਹੈ। ਤੇ ਇਹ ਮੱਤ ਮਿਲਣੀ ਕਿੱਥੋਂ ਹੈ? ਗੁਰੂ ਦੁਆਰੇ ਹੋਏ ਸੋਝੀ ਪਾਈ। ਗੁਰੂ ਦੁਆਰੇ, ਗੁਰੂ ਰਾਹੀਂ, ਗੁਰੂ ਦੀ ਬਰਕਤ ਦੇ ਨਾਲ ਇਹ ਸੋਝੀ ਮਨੁੱਖ ਨੂੰ ਮਿਲਣੀ ਹੈ ਕਿ ਗੁਰੂ ਦੀ ਮੱਤ ਦੇ ਨਾਲ ਹੀ ਸੁਰਤ ਆਤਮਿਕ ਆਨੰਦ ਦੀਆਂ ਉਡਾਰੀਆਂ ਲਾਉਂਦੀ ਹੈ। ਦੂਸਰੀ ਉਦਾਹਰਣ ਮੈਂ ਸੰਖੇਪ ਵਿੱਚ ਚੱਲਦਾ ਹਾਂ। ਪੁਰਾਣੇ ਸਮੇਂ ਦੇ ਵਿੱਚ ਬਹੁਤੇ ਬੱਚਿਆਂ ਦੇ ਖਿਡੌਣੇ ਨਹੀਂ ਸੀ ਹੁੰਦੇ, ਟੁਆਇਜ਼ ਨਹੀਂ ਸੀ ਹੁੰਦੇ, ਤੇ ਪਿੰਡਾਂ ਦੇ ਵਿੱਚ ਸੇਪੀ ਕਰਨ ਵਾਲਿਆਂ ਕੋਲੋਂ ਇੱਕ ਲਾਟੂ ਜਿਹਾ ਉਹ ਬਣਾ ਲੈਂਦੇ ਸੀ ਲੱਕੜੀ ਦਾ ਬੱਚੇ। ਉਸ ਦੁਆਲੇ ਰੱਸੀ ਡੋਰੀ ਲਪੇਟ ਕੇ ਉਸ ਨੂੰ ਜ਼ੋਰ ਨਾਲ ਧਰਤੀ ਤੇ ਸਿੱਟਦੇ ਸੀ, ਰੱਸੀ ਨੂੰ ਖਿੱਚ ਲੈਂਦੇ ਸੀ। ਉਹ ਰੱਸੀ ਦਾ, ਡੋਰੀ ਦੀ ਮਰੋੜ ਜਿਹੜੀ ਸੀ ਨਾ, ਉਹ ਲਾਟੂ ਦੇ ਉੱਤੇ ਅਸਰ ਰੱਖਦੀ ਤੇ ਲਾਟੂ ਘੁੰਮਦਾ ਸੀ, ਨੱਚਦਾ ਸੀ। ਜਦੋਂ ਜਦੋਂ ਰੱਸੀ ਦਾ ਵੱਟ, ਰੱਸੀ ਦਾ ਪ੍ਰਭਾਵ ਉਸ ਲਾਟੂ ਤੋਂ ਹਟਿਆ, ਲਾਟੂ ਨੱਚਦਾ ਨੱਚਦਾ, ਘੁੰਮਦਾ ਘੁੰਮਦਾ ਧਰਤੀ ਤੇ ਡਿੱਗ ਪੈਂਦਾ। ਭਾਈ ਗੁਰਦਾਸ ਜੀ ਦੇ ਬਚਨ ਨੇ, ਡੋਰੀ ਕੀ ਮਰੋਰ ਜੈਸੇ ਲੱਟੂਆ ਫਿਰਤ ਰਹੇ, ਤਾਓ ਹਾਓ ਮਿਟੇ ਗਿਰ ਪਰੇ हुए ਥਕਤ ਹੈ। ਭਾਈ ਗੁਰਦਾਸ ਜੀ ਕੀ ਕਹਿਣਾ ਚਾਹੁੰਦੇ ਨੇ? ਕਹਿੰਦੇ ਜਦੋਂ ਤੱਕ ਮਨੁੱਖ ਦੇ ਮਨ ਉੱਤੇ ਗੁਰੂ ਦੇ ਬਚਨਾਂ ਦਾ ਅਸਰ ਹੁੰਦਾ ਹੈ, ਇਹ ਮਨ ਉਸ ਗੁਰੂ ਦੇ ਬਚਨਾਂ ਦੇ ਅਸਰ ਕਰਕੇ ਨੱਚਦਾ ਹੈ ਲਾਟੂ ਵਾਂਗ। ਨਾਚ ਰੇ ਮਨ ਗੁਰ ਕੇ ਆਗੇ, ਗੁਰ ਕੇ ਭਾਣੇ ਨਾਚੇ ਤਾਂ ਸੁਖ ਪਾਵੇ, ਅੰਤੇ ਜਮ ਭਉ ਭਾਗੇ। ਨੱਚਣ ਦਾ ਇੱਥੇ ਭਾਵ ਹੈ ਗੁਰੂ ਦੇ ਹੁਕਮ ਅੰਦਰ ਚੱਲਣਾ। ਨਿਰਤ ਕਰੀ ਇਹ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ। ਨੱਚਣ ਦਾ ਭਾਵ ਗੁਰੂ ਦੇ ਹੁਕਮ ਅੰਦਰ ਚੱਲਣਾ। ਹੁਣ ਸੁਣਨਾ,
गुरु की सिक्ख्या का प्रभाव मन उत्ते होवे ते ये मन गुरु ते परमात्मा दे हुक्म दे विच नचदा है, आनंद माणदा है। जदों ही असर खत्म होया गुरु की मत का, इस दे अंदरों आत्मक आनंद का नाच खत्म हो जाता, बकारां दे विच इह डिग जाता। इस करके कईए गल गुर की मत तो ले गया। तीसरी उदाहरण दिती है, सोने दे विच खोट होवे ना, सुनियारा जदों कुठाली दे विच पा के उसनूं अगन दी सेक दिंदा, अग दी सेक दिंदा ते वो सोना कुठाली दे विच भुड़कदा है, टिकदा नहीं, खोट है। जदों जदों अग दे सेक नाल खोट विचों सड़ जांदी ते सोना कुंदन हो के कुठाली दे विच टिक जांदा है। कंचन अशुद्ध भय ठहरत कुठारी नाहे, शुद्ध भय नेचल शब के शकत है। जदों खोट सड़ गई फिर वो सोना टिक जाता, खोट करके भुड़कदा। भाई गुरदास जी कहते ने, जदों साडे मन दे अंदर किसी प्रति खोट होवे, वकारां दी खोट होवे ते मन टिकदा नहीं। एक बात ध्यान नाल सुननी, असी आखदे हाँ असी नितनेम करदे, संगत करदे, बाणी पढ़दे, कीर्तन सुनदे, पर मन साडा भटकदा है, टिकदा नहीं। उसका कारण है, एनालिसिस कर लेना जीवन का तुसी। उसका कारण है मन के अंदर किसी ना किसी तरह की खोट है। ये खोट करके मन नहीं थोड़ा टिकदा। खोट करके, खोट किस तरह की भी हो सकती है। जिस दिन गुरु की मत दे सेक नाल अंदरों ईरखा, द्वैकता, नफरत की खोट सड़ जाती है, उस वेले मन थोड़ा टिक जाता। ये तीन उदाहरण दे के भाई साहब कहते ने, दुरमत दुबदा भरमत है चित्रकुंट, गुरमत एक टेक मोन ना बकत है। दुबदा करके दुरमत दुबदा भरमत है चित्रकुंट। दुबदा साडे अंदर डुअलिटी है, शक है, शरदा है, शक है, शरदा है। इस करके मन साडा चारे पासे भटकदा है। बेशक तुसी इत्थे बैठे पर मन किते हो रहा है। गुरमत एक टेक मोन ना बकत है। जिस दिन गुरमत गुरु की मत का आसरा ले लिया, उदों मन एक परमात्मा दे विच टिक जाता ते जीवन के अंदर सहज बन जाता है, जीवन के अंदर आनंद बन जाता है। इस करके साहिब कहते, गुर की मत तू लेहि आने भगत बिना बहु डूबे सियाने। श्री गुरु ग्रंथ साहिब जी का गुरगद्दी दिवस मनाया साडा तां सफल है, जे गुरु की मत ग्रहण करांगे ते अपनी मत त्यागांगे, फिर जीवन के अंदर सहज ते आत्मक सुख मिलेगा। सतगुरु पातशाह जी कृपा करन, ऐसे वचन साडे जीवन का आधार बन, ताकि साडा सारियां दा ये लोक सुखीए पर लोक सुहेले। नानक हर प्रभ आपे मेले, इस दियां दातां बरकतां मिलन। विचारां करदे नमाणे दासरे तो भुल्लां दी खिमा, अंत सारे असीसां दिंदे हुए गुरु फतेह ना सांझ बनाओ जी। वाहिगुरू जी का खालसा, वाहिगुरू जी की फतेह।